ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਜਨਮ 1534 ਈਸਵੀ ਨੂੰ ਮਾਤਾ ਦਇਆ ਕੌਰ ਜੀ ਦੀ ਕੁੱਖ ਤੋਂ ਸੋਢੀ ਹਰੀਦਾਸ ਮੱਲ ਖੱਤਰੀ ਦੇ ਘਰ ਚੂਨੇ ਮੰਡੀ ਲਾਹੌਰ ਵਿੱਚ ਹੋਇਆ। ਸ਼੍ਰੀ ਹਰੀਦਾਸ ਮੱਲ ਜੀ ਸੂਰਜ ਬੰਸੀ ਸ਼੍ਰੀ ਰਾਮਚੰਦਰ ਜੀ ਦੀ ਬੰਸ ਵਿੱਚੋਂ ਸਨ। ਆਪ ਜੀ ਦੇ ਘਰ ਸ਼੍ਰੀ ਰਾਮਦਾਸ ਜੀ ਪਹਿਲੇ ਪੁੱਤਰ ਹੋਣ ਕਰਕੇ ਜੇਠਾ ਜੀ ਕਰਕੇ ਪ੍ਰਸਿੱਧ ਸਨ। ਜੇਠਾ ਜੀ ਦੇ ਜਨਮ ਨਾਲ ਪਰਿਵਾਰ ਵਿੱਚ ਬਹੁਤ ਖੁਸ਼ੀਆਂ ਹੋਈਆਂ। ਜੇਠਾ ਜੀ ਜਦ ਹੌਲੀ ਹੌਲੀ ਵੱਡੇ ਹੋਏ ਤਾਂ ਆਪ ਜੀ ਦੇ ਪਿਤਾ ਨੇ ਕਿਹਾ, ਬੇਟਾ ਹੁਣ ਖੇਡਣ ਦੇ ਦਿਨ ਬੀਤ ਗਏ ਹਨ, ਕੋਈ ਕੰਮ ਕਰਿਆ ਕਰੋ। ਸ਼੍ਰੀ ਜੇਠਾ ਜੀ ਨੇ ਆਖਿਆ, ਪਿਤਾ ਜੀ ਜੋ ਹੁਕਮ ਕਰੋ ਸੋਈ ਕੰਮ ਕਰਨ ਨੂੰ ਤਿਆਰ ਹਾਂ। ਸੋ ਅਗਲੇ ਦਿਨ ਹੀ ਆਪ ਜੀ ਨੂੰ ਛੋਲੇ ਉਬਾਲ ਕੇ ਘੁੰਗਣੀਆਂ ਵੇਚਣ ਵਾਸਤੇ ਦਿੱਤੀਆਂ। ਸ਼੍ਰੀ ਜੇਠਾ ਜੀ ਗਲੀ ਮੁਹੱਲੇ ਤੋਂ ਬਾਹਰ ਘੁੰਗਣੀਆਂ ਵੇਚ ਕੇ ਜਦ ਘਰ ਆਉਂਦੇ ਤਾਂ ਆਪਣੇ ਪੁੱਤਰ ਨੂੰ ਕੰਮ ਤੇ ਲੱਗਾ ਵੇਖ ਕੇ ਮਾਤਾ ਪਿਤਾ ਬਹੁਤ ਪ੍ਰਸੰਨ ਹੁੰਦੇ। ਪਰ ਇੱਕ ਦਿਨ ਸ਼੍ਰੀ ਜੇਠਾ ਜੀ ਨੂੰ ਕੋਈ ਇੱਕ ਸਾਧੂ ਮਿਲਿਆ। ਉਸਨੇ ਕਿਹਾ, ਮੈਨੂੰ ਭੁੱਖ ਲੱਗੀ ਹੈ, ਘੁੰਗਣੀਆਂ ਦਿਓ। ਜਦ ਜੇਠਾ ਜੀ ਸਾਧੂ ਨੂੰ ਇੱਕ ਮੁੱਠ ਭਰ ਕੇ ਦੇਣ ਲੱਗੇ ਤਾਂ ਸਾਧੂ ਨੇ ਕਿਹਾ, ਮੈਨੂੰ ਬਹੁਤ ਭੁੱਖ ਲੱਗੀ ਹੈ, ਇੱਕ ਦੋ ਮੁੱਠਾਂ ਨਾਲ ਮੇਰੀ ਭੁੱਖ ਦੂਰ ਨਹੀਂ ਹੋਵੇਗੀ। ਤਦ ਸ਼੍ਰੀ ਜੇਠਾ ਜੀ ਨੇ ਸਾਰੀ ਚੰਗੇਰ ਹੀ ਉਸ ਦੀ ਝੋਲੀ ਵਿੱਚ ਪਲਟ ਦਿੱਤੀ ਤੇ ਆਪ ਖਾਲੀ ਹੀ ਘਰ ਆ ਗਏ। ਪਿਤਾ ਹਰੀਦਾਸ ਜੀ ਨੇ ਜਦ ਵੇਖਿਆ ਕਿ ਜੇਠਾ ਜੀ ਅੱਜ ਘੁੰਗਣੀਆਂ ਦੇ ਪੈਸੇ ਵੱਟ ਕੇ ਨਹੀਂ ਲਿਆਏ, ਮੁਫਤ ਹੀ ਕਿਸੇ ਨੂੰ ਖੁਆਏ ਹਨ, ਤਾਂ ਗੁੱਸੇ ਨਾਲ ਕੁਝ ਬੁਰਾ ਭਲਾ ਕਿਹਾ। ਪਿਤਾ ਜੀ ਦੇ ਗੁੱਸੇ ਤੋਂ ਡਰਦੇ ਸ਼੍ਰੀ ਜੇਠਾ ਜੀ ਰੋਂਦੇ ਰੋਂਦੇ ਘਰ ਤੋਂ ਬਾਹਰ ਨਿਕਲ ਆਏ। ਬਾਹਰ ਆਣ ਕੇ ਸ਼੍ਰੀ ਜੇਠਾ ਜੀ ਨੇ ਵੇਖਿਆ ਕਿ ਲਾਹੌਰ ਦੀ ਸੰਗਤ ਗੁਰੂ ਜੀ ਦੇ ਦਰਸ਼ਨ ਕਰਨ ਗੋਇੰਦਵਾਲ ਜਾ ਰਹੀ ਹੈ। ਆਪ ਜੀ ਵੀ ਸੰਗਤ ਦੇ ਨਾਲ ਹੀ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਸ਼ਨ ਕਰਨ ਲਈ ਗੋਇੰਦਵਾਲ ਪਹੁੰਚ ਗਏ। ਹੋਰ ਸਾਰੀ ਸੰਗਤ ਤਾਂ ਗੁਰੂ ਜੀ ਦੇ ਦਰਸ਼ਨ ਕਰਕੇ 2-3 ਦਿਨਾਂ ਪਿੱਛੋਂ ਲਾਹੌਰ ਨੂੰ ਮੁੜ ਗਈ, ਪਰ ਜੇਠਾ ਜੀ ਉੱਥੇ ਹੀ ਗੁਰਸੇਵਾ ਵਿੱਚ ਲੱਗ ਗਏ। ਗੁਰੂ ਜੀ ਦੇ ਲੰਗਰ ਵਿੱਚ ਰਾਤ ਦਿਨ ਸਾਰੀ ਸੰਗਤ ਦੇ ਅਨੁਸਾਰੀ ਹੋ ਕੇ ਸੇਵਾ ਵਿੱਚ ਤਤਪਰ ਰਹਿਣ ਲੱਗੇ। ਜੋ ਕੰਮ ਆਖਣਾ ਉਹ ਸ਼ੀਘਰ ਹੀ ਪ੍ਰੇਮ ਨਾਲ ਸੋਹਣੀ ਤਰ੍ਹਾਂ ਕਰ ਦਿੰਦੇ। ਨਿਸ਼ਕਾਮ ਸੇਵਾ ਨੂੰ ਮੇਵਾ ਮਿਲਣ ਲੱਗਾ। ਇੱਕ ਦਿਨ ਸ਼੍ਰੀ ਗੁਰੂ ਅਮਰਦਾਸ ਜੀ ਦੇ ਮਹਿਲ ਬੀਬੀ ਭਾਨੀ ਜੀ ਦੀ ਮਾਤਾ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ, ਬੀਬੀ ਭਾਨੀ ਮੁਟਿਆਰ ਹੋ ਗਈ ਹੈ, ਇਸ ਵਾਸਤੇ ਕੋਈ ਵਰ ਘਰ ਲੱਭਣਾ ਚਾਹੀਦਾ ਹੈ। ਉਪਰੰਤ ਗੁਰੂ ਜੀ ਨੇ ਬ੍ਰਾਹਮਣ ਨੂੰ ਸੱਦ ਕੇ ਆਖਿਆ ਕਿ ਮਹਾਰਾਜ, ਬੀਬੀ ਭਾਨੀ ਵਾਸਤੇ ਕੋਈ ਯੋਗ ਵਰ ਦੇਖੋ। ਦੇਵਨੇਤ ਹੀ ਉਸ ਸਮੇਂ ਸ਼੍ਰੀ ਜੇਠਾ ਜੀ ਉੱਥੋਂ ਲੰਘ ਰਹੇ ਸਨ। ਬ੍ਰਾਹਮਣ ਨੇ ਹੱਥ ਦੇ ਇਸ਼ਾਰੇ ਨਾਲ ਆਖਿਆ, ਮਹਾਰਾਜ ਜੀ, ਇਸ ਲੜਕੇ ਵਰਗਾ ਐਡਾ ਕੁ ਹੀ ਹੋਵੇ। ਤਦ ਗੁਰੂ ਜੀ ਨੇ 2 ਪਲ ਚੁੱਪ ਕਰਕੇ ਆਖਿਆ, ਇਸ ਲੜਕੇ ਨੂੰ ਬੁਲਾਓ। ਤਦ ਸ਼੍ਰੀ ਜੇਠਾ ਜੀ ਨੂੰ ਸੱਦ ਕੇ ਗੁਰੂ ਜੀ ਨੇ ਆਪ ਜੀ ਦਾ ਨਾਮ ਤੇ ਘਰ-ਬਾਰ ਦਾ ਪਤਾ ਪੁੱਛਿਆ। ਸ਼੍ਰੀ ਜੇਠਾ ਜੀ ਨੇ ਕਿਹਾ, ਮੈਂ ਲਾਹੌਰ ਦੇ ਰਹਿਣ ਵਾਲਾ ਸੋਢੀ ਬੰਸ ਹਾਂ। ਮੇਰੇ ਪਿਤਾ ਜੀ ਦਾ ਨਾਮ ਹਰੀਦਾਸ ਹੈ ਅਤੇ ਮੇਰਾ ਆਪਣਾ ਨਾਮ ਰਾਮਦਾਸ ਹੈ। ਇਹ ਗੱਲ ਸੁਣ ਕੇ ਗੁਰੂ ਜੀ ਬੜੇ ਪ੍ਰਸੰਨ ਹੋਏ। ਚਿੱਠੀ ਭੇਜ ਕੇ ਸ਼੍ਰੀ ਰਾਮਦਾਸ ਜੀ ਦੇ ਮਾਤਾ ਪਿਤਾ ਨੂੰ ਗੋਇੰਦਵਾਲ ਬੁਲਾ ਲਿਆ ਅਤੇ ਸਗਾਈ ਕਰਕੇ ਕੁਝ ਸਮੇਂ ਉਪਰੰਤ ਸ਼੍ਰੀ ਜੇਠਾ ਜੀ ਦਾ ਵਿਆਹ ਕਰ ਦਿੱਤਾ। ਇਸ ਕਾਰਜ ਉਪਰੰਤ ਸ਼੍ਰੀ ਰਾਮਦਾਸ ਜੀ ਦੇ ਮਾਤਾ ਪਿਤਾ ਵਾਪਸ ਆਪਣੇ ਘਰ ਲਾਹੌਰ ਚਲੇ ਗਏ ਅਤੇ ਸ਼੍ਰੀ ਰਾਮਦਾਸ ਜੀ ਗੁਰੂ ਅਮਰਦਾਸ ਜੀ ਦੀ ਆਗਿਆ ਅਨੁਸਾਰ ਗੋਇੰਦਵਾਲ ਹੀ ਟਿਕੇ ਰਹੇ। ਵਿਆਹ ਉਪਰੰਤ ਸ਼੍ਰੀ ਜੇਠਾ ਜੀ ਪਹਿਲੇ ਵਾਂਗੂ ਹੀ ਸੇਵਾ ਵਿੱਚ ਲੱਗੇ ਰਹੇ। ਗੁਰੂ ਜੀ ਦੀ ਆਗਿਆ ਦਾ ਪਾਲਣ ਬੜੀ ਨਿਮਰਤਾ ਅਤੇ ਸਤਿਕਾਰ ਨਾਲ ਕਰਦੇ। ਇੱਕ ਦਿਨ ਗੁਰੂ ਅਮਰਦਾਸ ਜੀ ਨੇ ਭਾਈ ਪਾਰੋ ਨੂੰ ਆਖਿਆ ਕਿ ਸੰਗਤਾਂ ਦੇ ਇਸ਼ਨਾਨ ਆਦਿ ਵਾਸਤੇ ਅਤੇ ਪਸ਼ੂਆਂ ਦੇ ਪੀਣ ਲਈ ਅਸੀਂ ਇੱਥੇ ਇੱਕ ਬੌਲੀ ਰਚਣੀ ਚਾਹੁੰਦੇ ਹਾਂ। ਇਸ ਵਾਸਤੇ ਸੰਗਤਾਂ ਵੱਲ ਹੁਕਮਨਾਮੇ ਭੇਜ ਦਿਓ ਕਿ ਇਸ ਆਉਣ ਵਾਲੀ ਕੱਤਕ ਪੂਰਨਮਾਸ਼ੀ ਉੱਤੇ ਸਭ ਸਿੱਖ ਸੰਗਤਾਂ ਇੱਥੇ ਪੁੱਜ ਜਾਣ। ਭਾਈ ਪਾਰੋ ਨੇ ਹੁਕਮਨਾਮੇ ਲਿਖ ਕੇ ਦੇਸਾਂ ਤੇ ਪ੍ਰਦੇਸਾਂ ਵਿੱਚ ਭੇਜ ਦਿੱਤੇ। ਸੰਗਤਾਂ ਨਿਯਤ ਦਿਨ ਉੱਤੇ ਗੋਇੰਦਵਾਲ ਆਣ ਇਕੱਠੀਆਂ ਹੋਈਆਂ। ਸਭ ਨੇ ਯਥਾ ਸ਼ਕਤ ਭੇਟਾ ਅਰਪਣ ਕਰਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਸੰਗਤਾਂ ਅਤੇ ਮੁਖੀ ਸਿੱਖਾਂ ਨੂੰ ਨਾਲ ਲੈ ਕੇ ਗੁਰੂ ਜੀ ਬੌਲੀ ਦੀ ਨਿਯਤ ਜਗ੍ਹਾ ਉੱਤੇ ਲੈ ਆਏ। ਗੁਰੂ ਨਾਨਕ ਦੇਵ ਜੀ ਅਤੇ ਗੁਰੂ ਅੰਗਦ ਦੇਵ ਜੀ ਦੀ ਆਰਾਧਨਾ ਕਰਕੇ ਭਾਈ ਬੁੱਢਾ ਜੀ ਤੋਂ ਟੱਕ ਲਵਾ ਕੇ ਕਾਰ ਆਰੰਭ ਕਰ ਦਿੱਤੀ। ਸਾਰੀਆਂ ਸੰਗਤਾਂ ਬੜੇ ਉਤਸ਼ਾਹ ਨਾਲ ਮਿੱਟੀ ਪੁੱਟ-ਪੁੱਟ ਕੇ ਟੋਕਰੀਆਂ ਵਿੱਚ ਭਰ ਕੇ ਦੂਰ ਜਾ ਕੇ ਸੁੱਟਣ ਦੇ ਵਿੱਚ ਜੁਟ ਗਈਆਂ। ਸੰਗਤਾਂ ਦੇ ਨਾਲ ਹੀ ਸ਼੍ਰੀ ਰਾਮਦਾਸ ਜੀ ਮਿੱਟੀ ਵੀ ਢੋਂਦੇ ਅਤੇ ਹੋਰ ਕਾਮਿਆਂ ਨੂੰ ਕਈਆਂ ਟੋਕਰੀਆਂ ਦੇਣ ਦਾ ਇੰਤਜ਼ਾਮ ਵੀ ਕਰਦੇ ਸਨ। ਇਸ ਸਮੇਂ ਹੀ ਇੱਕ ਦਿਨ ਸ਼੍ਰੀ ਰਾਮਦਾਸ ਜੀ ਦੇ ਸੰਬੰਧੀ ਲਾਹੌਰ ਤੋਂ ਹਰਿਦੁਆਰ ਨੂੰ ਜਾਂਦੇ ਹੋਏ ਗੋਇੰਦਵਾਲ ਆ ਗਏ। ਉਹਨਾਂ ਨੇ ਵੇਖਿਆ ਕਿ ਸ਼੍ਰੀ ਰਾਮਦਾਸ ਜੀ ਹੋਰ ਮਜ਼ਦੂਰਾਂ ਦੇ ਨਾਲ ਮਿੱਟੀ ਦੀਆਂ ਟੋਕਰੀਆਂ ਢੋ ਰਹੇ ਹਨ। ਇਸ ਗੱਲ ਨੂੰ ਉਹਨਾਂ ਨੇ ਬਹੁਤ ਬੁਰਾ ਮਨਾਇਆ ਕਿ ਖੱਤਰੀਆਂ ਦਾ ਲੜਕਾ ਹੋ ਕੇ ਸਹੁਰੇ ਘਰ ਇਹ ਮਜ਼ਦੂਰਾਂ ਵਾਂਗੂ ਕਾਰ ਕਰ ਰਿਹਾ ਹੈ।
ਸ਼੍ਰੀ ਰਾਮਦਾਸ ਜੀ ਦੇ ਚਾਚੇ ਤਾਏ ਬੜੇ ਕ੍ਰੋਧ ਨਾਲ ਗੁਰੂ ਜੀ ਪਾਸ ਗਏ ਤੇ ਉਲਾਮਾ ਦਿੱਤਾ ਕਿ ਤੁਸਾਂ ਇਹ ਚੰਗਾ ਨਹੀਂ ਕੀਤਾ ਜੋ ਆਪਣੇ ਜਵਾਈ ਭਾਈ ਨੂੰ ਮਜ਼ਦੂਰਾਂ ਵਾਂਗੂ ਹੀ ਮਿੱਟੀ ਢੋਣ ਤੇ ਲਾਇਆ ਹੋਇਆ ਹੈ। ਗੁਰੂ ਜੀ ਨੇ ਹੱਸ ਕੇ ਕਿਹਾ, ਭਾਈ ਰਾਮਦਾਸ ਜੀ ਦੇ ਸਿਰ ਤੇ ਮਿੱਟੀ ਦੀ ਟੋਕਰੀ ਨਹੀਂ, ਇਹ ਦੀਨ ਦੁਨੀਆ ਦਾ ਛਤਰ ਹੈ। ਇਹ ਗੱਲ ਸੁਣ ਕੇ ਉਹ ਇੱਕ ਰਾਤ ਕੱਟ ਕੇ ਸਵੇਰੇ ਅੱਗੇ ਨੂੰ ਤੁਰ ਗਏ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।